ਤਾਂ ਅਸੀਂ ਇੱਕ ਵੱਡੀ ਖਬਰ ਤੇ ਲਗਾਤਾਰ ਬਣੇ ਹੋਏ ਹਾਂ। ਪ੍ਰਾਈਵੇਟ ਟਰਾਂਸਪੋਰਟਰਾਂ ਤੇ ਵੱਡਾ ਐਕਸ਼ਨ ਹੋਇਆ। ਟਰਾਂਸਪੋਰਟ ਮਿਨਿਸਟਰ ਰਾਜਾ ਵੜਿੰਗ ਵੱਲੋਂ ਇਹ ਐਕਸ਼ਨ ਕੀਤਾ ਗਿਆ ਹੈ। ਰਾਜਾ ਵੜਿੰਗ ਦੇ ਹੁਕਮਾਂ ਤੇ ਟਰਾਂਸਪੋਰਟ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ। 3 ਵੱਡੀਆਂ ਪ੍ਰਾਈਵੇਟ ਕੰਪਨੀਆਂ ਤੇ ਸਿੱਧਾ ਕਵਾਂਗੇ ਬਾਦਲ ਪਰਿਵਾਰ ਦੀਆਂ ਬੱਸਾਂ ਤੇ ਔਰਬਿਟ ਕੰਪਨੀ, ਜੁਝਾਰ ਟਰਾਂਸਪੋਰਟ ਜਿਹੜੀ ਹੈ ਗੁਰਦੀਪ ਸਿੰਘ ਜੁਝਾਰ ਹੋਰਾਂ ਦੀ, ਔਰ ਨਿਊ ਦੀਪ ਬੱਸ ਸਰਵਿਸ ਜਿਹੜੀ ਹੈ ਉਹ ਹਰਦੀਪ ਸਿੰਘ ਡਿੰਪੀ ਢਿੱਲੋਂ ਹੋਰੀ ਜਿਹੜੇ ਗਿੱਦੜਬਾਹ ਤੋਂ ਅਕਾਲੀ ਆਗੂ ਨੇ। ਇਹਨਾਂ ਤਿੰਨਾਂ ਕੰਪਨੀਆਂ ਦੀਆਂ ਬੱਸਾਂ ਤੇ ਕਾਰਵਾਈ ਕੀਤੀ ਗਈ ਹੈ। ਟਰਾਂਸਪੋਰਟ ਵਿਭਾਗ ਵੱਲੋਂ ਕਈ ਬੱਸਾਂ ਨੂੰ ਇੰਪਾਊਂਡ ਕੀਤਾ ਗਿਆ ਹੈ, ਬੰਦ ਕੀਤਾ ਗਿਆ ਹੈ ਕਈ ਬੱਸਾਂ ਨੂੰ। ਔਰ ਰਾਜਾ ਵੜਿੰਗ ਜਿਹੜੇ ਟਰਾਂਸਪੋਰਟ ਮਿਨਿਸਟਰ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ, ਉਹਨਾਂ ਦਾ ਇਹ ਦਾਵਾ ਹੈ ਕਿ ਇੱਥੇ ਜਿਹੜੀ ਹੈ ਉਹ ਨਿਯਮਾਂ ਦੀ ਉਲੰਘਣਾ ਕੀਤੀ ਗਈ ਸੀ, ਕਾਨੂੰਨ ਦੀ ਉਲੰਘਣਾ ਕੀਤੀ ਗਈ ਸੀ ਇਹਨਾਂ ਟਰਾਂਸਪੋਰਟਰਾਂ ਵੱਲੋਂ, ਜਾਂ ਇਹ ਜਿਹੜੀਆਂ ਬੱਸਾਂ ਜਿਨ੍ਹਾਂ ਰੂਟਾਂ ਤੇ ਚੱਲ ਰਹੀਆਂ ਸੀ, ਜਿਹਦੇ ਵਿੱਚ ਸਭ ਤੋਂ ਵੱਡਾ ਇਸ਼ੂ ਟੈਕਸ ਨਾ ਭਰਨ ਦਾ ਹੈ। ਅਸੀਂ ਹਰਦੀਪ ਸਿੰਘ ਡਿੰਪੀ ਢਿੱਲੋਂ ਹੋਰਾਂ ਦੇ ਨਾਲ ਗੱਲਬਾਤ ਕੀਤੀ, ਜਿਨ੍ਹਾਂ ਦੀ ਕੰਪਨੀ ਤੇ ਕਾਰਵਾਈ ਹੋਈ ਹੈ। ਉਹਨਾਂ ਨੇ ਕਿਹਾ ਕਿ ਟੈਕਸ ਜਿਹੜਾ ਹੈ ਉਹ ਬਿਲਕੁਲ ਸਾਡਾ ਬਕਾਇਆ ਹੈ, ਕਿਉਂਕਿ ਕੋਵਿਡ ਦੇ ਵਿੱਚ ਅਸੀਂ ਇਹ ਟੈਕਸ ਭਰ ਨਹੀਂ ਸਕੇ, ਔਰ ਉਹਨਾਂ ਨੇ ਅਸਮਰਥਤਾ ਜ਼ਾਹਿਰ ਕੀਤੀ ਤੇ ਉਹਨਾਂ ਨੇ ਕਿਹਾ ਕਿ ਅਸੀਂ ਸਰਕਾਰ ਤੋਂ ਇਸ ਬਾਬਤ ਆਲਰੇਡੀ ਮੰਗ ਰੱਖ ਚੁੱਕੇ ਹਾਂ, ਸਰਕਾਰ ਨੂੰ ਮੈਮੋਰੰਡਮ ਦੇ ਚੁੱਕੇ ਹਾਂ ਕਿ ਸਾਡਾ ਟੈਕਸ ਨਹੀਂ ਭਰਿਆ ਗਿਆ, ਪਰ ਉਸ ਤੋਂ ਇਲਾਵਾ ਅਸੀਂ ਨਿਯਮਾਂ ਦੀ ਕੋਈ ਉਲੰਘਣਾ ਨਹੀਂ ਕੀਤੀ। ਪਰ ਰਾਜਾ ਵੜਿੰਗ ਕਹਿ ਰਹੇ ਨੇ ਕਿ ਨਿਯਮਾਂ ਦੀ ਉਲੰਘਣਾ ਹੋਈ ਹੈ। ਕਈ ਅਲੱਗ-ਅਲੱਗ ਰੂਟਾਂ ਤੇ ਬੱਸਾਂ ਚੱਲਦੀਆਂ ਸੀ, ਕਈ ਵੱਖਰੇ ਟਾਈਮਿੰਗ ਤੇ ਜਿਹੜੇ ਅਲਾਟ ਹੋਏ ਸੀ ਉਹਨਾਂ ਤੋਂ ਇਲਾਵਾ ਦੂਜੇ ਟਾਈਮਾਂ ਤੇ ਬੱਸਾਂ ਚਲਾਈਆਂ ਜਾ ਰਹੀਆਂ ਸੀ। ਇਸ ਕਰਕੇ ਇਹ ਵੱਡੀ ਕਾਰਵਾਈ ਕੀਤੀ ਗਈ ਹੈ। ਅਸੀਂ ਇੱਕ ਵਾਰੀ ਤੁਹਾਨੂੰ ਸੁਣਾਉਂਦੇ ਹਾਂ ਕਿ ਰਾਜਾ ਵੜਿੰਗ ਨੇ ਕੀ ਕੁਝ ਕਿਹਾ ਇਸ ਵੱਡੀ ਕਾਰਵਾਈ ਦੇ ਸੰਦਰਭ ਦੇ ਵਿੱਚ। ਸਾਡੇ ਸਹਿਯੋਗੀ ਨਪਿੰਦਰ ਬਰਾੜ ਜੁੜੇ ਹੋਏ ਨੇ। ਤਾਂ ਪ੍ਰਾਈਵੇਟ ਟਰਾਂਸਪੋਰਟਰਾਂ ਤੇ ਐਕਸ਼ਨ ਹੋਇਆ ਹੈ, ਖਾਸ ਕਰਕੇ 3 ਵੱਡੀਆਂ ਕੰਪਨੀਆਂ ਔਰਬਿਟ, ਜੁਝਾਰ ਤੇ ਨਿਊ ਦੀਪ ਬੱਸ ਸਰਵਿਸ। ਹਰ ਕੋਈ ਇਹਨਾਂ ਕੰਪਨੀਆਂ ਦੇ ਨਾਮ ਬੜੀ ਬਖੂਬੀ ਜਾਣਦਾ ਹੈ ਪੰਜਾਬ ਦੇ ਲੋਕ, ਕਿਉਂਕਿ ਇਹ ਇੱਕ ਵੱਡਾ ਸਿਆਸੀ ਮੁੱਦਾ ਵੀ ਪੰਜਾਬ ਦੇ ਵਿੱਚ ਬਣਦਾ ਰਿਹਾ ਹੈ। ਟਰਾਂਸਪੋਰਟ ਦਾ ਮੁੱਦਾ ਜਿਹੜਾ ਹੈ ਪੰਜਾਬ ਦੇ ਵਿੱਚ, ਖਾਸ ਕਰਕੇ ਜਦੋਂ ਅਕਾਲੀ ਬੀਜੇਪੀ ਸਰਕਾਰ ਸੱਤਾ ਦੇ ਵਿੱਚ ਸੀ 2007 ਤੋਂ ਲੈ ਕੇ 2017 ਤੱਕ 10 ਸਾਲ ਉਸ ਮੌਕੇ ਤੇ ਕੀਤੇ ਜਾ ਰਹੇ ਸੀ, ਜਾਂ ਟਰਾਂਸਪੋਰਟ ਮੰਤਰੀ ਲਗਾਤਾਰ ਇਸ ਤਰ੍ਹਾਂ ਦਾਅਵੇ ਕਰ ਰਹੇ ਸੀ ਕਿ ਜਿਹੜੀਆਂ ਵੀ ਕੋਈ ਨਜਾਇਜ਼ ਬੱਸਾਂ ਚੱਲ ਰਹੀਆਂ ਹੋਣਗੀਆਂ ਜਾਂ ਟਾਈਮ ਦੀ ਦਿੱਕਤ ਹੋਏਗੀ ਉਹ ਸਾਰਾ ਅਸੀਂ ਠੀਕ ਕਰਾਂਗੇ, ਉਹਨਾਂ ਬੱਸਾਂ ਤੇ ਕਾਰਵਾਈ ਕਰਾਂਗੇ। ਔਰ ਬਾਦਲ ਪਰਿਵਾਰ ਤੇ ਸਿੱਧੇ ਤੌਰ ਤੇ ਉਦੋਂ ਤੋਂ ਨਿਸ਼ਾਨੇ ਲੱਗਦੇ ਆ ਰਹੇ ਸੀ, ਬਾਦਲ ਪਰਿਵਾਰ ਦੇ ਹੋਣ ਚਾਹੇ ਉਹਨਾਂ ਦੇ ਕਰੀਬੀਆਂ ਦੀਆਂ ਬੱਸਾਂ ਹੋਣ, ਕਿ ਉਹਨਾਂ ਦੀਆਂ ਬੱਸਾਂ ਚੱਲ ਰਹੀਆਂ ਨੇ, ਉਹਨਾਂ ਤੇ ਵੱਡੇ ਸਵਾਲ ਚੁੱਕੇ ਜਾ ਰਹੇ ਸੀ। ਪਰ ਨਾਲ ਹੀ ਕਿਤੇ ਨਾ ਕਿਤੇ ਇਹ ਵੀ ਗੱਲ ਉੱਠਦੀ ਸੀ ਕਿ ਫਿਰ ਜੇ ਕੋਈ ਗਲਤ ਹੈ ਤਾਂ ਕਾਰਵਾਈ ਕਿਉਂ ਨਹੀਂ ਹੋ ਰਹੀ। ਅੱਜ ਇੱਕ ਵੱਡੀ ਕਾਰਵਾਈ ਹੋਈ ਹੈ। ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਸਾਡੇ ਨਾਲ ਨੇ। ਵੜਿੰਗ ਸਾਹਿਬ ਬਾਹਰ ਹੀ ਆ ਜਾਓ ਕਿ ਆਖਿਰ ਕਿਹੜੀਆਂ ਬੱਸਾਂ, ਦੇਖੋ ਮੋਟੇ ਤੌਰ ਤੇ ਜਿੰਨੀ ਸਾਡੇ ਕੋਲ ਜਾਣਕਾਰੀ ਮਿਲੀ ਹੈ, ਔਰਬਿਟ ਬਾਦਲ ਪਰਿਵਾਰ ਦੀ ਕੰਪਨੀ ਹੈ, ਉਸ ਦੀ ਬੱਸ ਹੈ। ਰਾਜਧਾਨੀ ਇਹ ਵੀ ਦੱਸਿਆ ਜਾ ਰਿਹਾ ਕਿ ਬਾਦਲ ਪਰਿਵਾਰ ਦੀ ਬੱਸ ਹੈ, ਬਾਦਲ ਪਰਿਵਾਰ ਦੀ ਕੰਪਨੀ ਹੈ। ਨਿਊ ਦੀਪ ਡਿੰਪੀ ਢਿੱਲੋਂ ਜਿਹੜੇ ਗਿੱਦੜਬਾਹ ਦੇ ਅਕਾਲੀ ਆਗੂ ਨੇ ਉਹ ਨੇ। ਜੁਝਾਰ ਇਹ ਵੀ ਬਾਦਲ ਪਰਿਵਾਰ ਦੇ ਕਰੀਬੀ ਨੇ, ਉਹਨਾਂ ਦੀ ਬੱਸ ਹੈ। ਤਾਂ ਰਾਜਾ ਵੜਿੰਗ ਸਾਡੇ ਨਾਲ ਨੇ, ਟਰਾਂਸਪੋਰਟ ਮੰਤਰੀ ਪੰਜਾਬ ਦੇ। ਮੰਤਰੀ ਸਾਹਿਬ, ਕਿਹੜੀਆਂ ਬੱਸਾਂ ਤੁਹਾਡੇ ਮੂੰਹੋਂ ਜਾਣਨਾ ਚਾਹਾਂਗੇ, ਔਰ ਕਿਹੜੇ ਦੋਸ਼ ਦੇ ਵਿੱਚ ਤੁਸੀਂ ਬੰਦ ਕੀਤੀਆਂ ਨੇ? ਕਿਉਂਕਿ ਸਾਡੇ ਕੋਲ ਜਾਣਕਾਰੀ ਦੇ ਮੁਤਾਬਕ ਤੁਸੀਂ ਉਹ ਇੰਪੋਰਟ ਕਰਤੀਆਂ ਨੇ, ਯਾਨੀ ਦੇਸੀ ਲਫ਼ਜ਼ਾਂ 'ਚ ਕਿ ਉਹ ਬੱਸਾਂ ਬੰਦ ਕਰਤੀਆਂ ਨੇ। ਪਹਿਲਾਂ ਤਾਂ ਰੁਪਿੰਦਰ ਜੀ, ਮੈਂ ਕੋਈ ਇੰਪਾਊਂਡ ਨਹੀਂ ਕੀਤੀਆਂ ਕਿਸੇ ਦੀ ਕੋਈ ਬੱਸ, ਨਾ ਕੋਈ ਮੇਰੇ ਵੱਲੋਂ ਇਸ ਤਰ੍ਹਾਂ ਦੀ ਹਦਾਇਤ ਹੈ। ਮੇਰੇ ਵੱਲੋਂ ਇੱਕ ਹੀ ਹਦਾਇਤ ਹੈ ਕਿ ਕੋਈ ਵੀ ਕਿਸੇ ਵੀ ਟਰਾਂਸਪੋਰਟਰ ਦੀ ਜਿਹੜੀ ਬੱਸ ਹੈ ਵਿਦਆਊਟ ਟੈਕਸ ਤੇ ਬਿਨਾ ਪਰਮਿਟ ਤੋਂ ਜਾਂ ਆਥੋਰਾਈਜ਼ਡ ਰੂਟ ਤੇ ਟਾਈਮ ਟੇਬਲ ਤੇ ਪਰਮਿਟ ਤੇ ਚੱਲਣੀ ਚਾਹੀਦੀ ਹੈ। ਸੋ ਹਾਂ, ਇਹ ਮੇਰੇ ਕੋਲ ਇੱਕ ਖਬਰ ਆਈ ਹੈ ਕਿ ਅੰਮ੍ਰਿਤਸਰ ਦੇ ਵਿੱਚ 5-6 ਬੱਸਾਂ, ਫਰੀਦਕੋਟ ਦੇ ਵਿੱਚ 4 ਬੱਸਾਂ, ਬਠਿੰਡਾ ਦੇ ਵਿੱਚ 4-5 ਬੱਸਾਂ ਐਂਡ ਲੁਧਿਆਣਾ ਦੇ ਵਿੱਚ 3-4 ਬੱਸਾਂ, ਤਕਰੀਬਨ 15 ਤੋਂ 20 ਬੱਸਾਂ ਉਹਨਾਂ ਨੇ ਦੱਸੀਆਂ ਹੈ ਕਿ ਅਲੱਗ-ਅਲੱਗ ਕੰਪਨੀਆਂ ਦੀਆਂ ਜਿਹੜੀਆਂ ਫੜੀਆਂ ਗਈਆਂ ਵਿਦਆਊਟ ਟੈਕਸਿਸ ਐਂਡ ਵਿਦਆਊਟ ਕੋਈ ਗਲਤ ਰੂਟ ਤੇ ਚੱਲ ਰਹੀਆਂ ਸਨ। ਤੇ ਇਹਨਾਂ ਦੇ ਖਿਲਾਫ ਹੁਣ ਅੱਗੇ ਤੇ ਇੱਕ ਵਾਰੀ ਇੰਪਾਊਂਡ ਕਰ ਦਿੱਤੀਆਂ ਨੇ। ਅੱਗੇ ਕੀ ਪ੍ਰਕਿਰਿਆ ਰਹਿਣ ਵਾਲੀ ਹੈ? ਦੇਖੋ ਜੀ, ਜਿਹੜੀ ਪ੍ਰਕਿਰਿਆ ਹੈ ਉਹ ਬਿਲਕੁਲ ਸਾਫ਼ ਹੈ। ਜਿਹੜੀਆਂ ਨੋਰਮਸ ਦੀ ਕੋਈ ਵੀ ਜਿਹੜੀ ਇਸ ਤਰ੍ਹਾਂ ਦੀ ਕੰਪਨੀ ਹੈ ਉਲੰਘਣਾ ਕਰੇਗੀ, ਉਹਨੂੰ ਬਿਲਕੁਲ ਸੜਕ ਤੇ ਚੱਲਣ ਨਹੀਂ ਦਿੱਤਾ ਜਾਏਗਾ। ਜੇ ਤਾਂ ਉਹ ਆਥੋਰਾਈਜ਼ਡ ਟਾਈਮ ਟੇਬਲ ਤੇ ਨਹੀਂ ਚੱਲ ਰਹੀ, ਬਿਲਕੁਲ ਫਿਰ ਵੀ ਅਸੀਂ ਛੱਡਾਂਗੇ ਨਹੀਂ। ਜੇ ਉਹ ਬਿਨਾਂ ਪੈਸਿਆਂ ਤੋਂ ਸਰਕਾਰ ਨੂੰ ਟੈਕਸ ਦਿੱਤੇ ਬਿਨਾਂ ਚੱਲ ਰਹੀਆਂ, ਫਿਰ ਵੀ ਅਸੀਂ ਛੱਡਾਂਗੇ ਨਹੀਂ। ਸੋ ਜੇ ਉਹ ਗੇੜੇ ਚੱਕਰ ਉਹਨਾਂ ਦੇ 3 ਹੈ ਤੇ ਉਹ 8 ਲਾ ਰਹੀ ਹੈ,
ਫਿਰ ਵੀ ਅਸੀਂ ਛੱਡਾਂਗੇ ਨਹੀਂ। ਸੋ ਮੇਰਾ ਇਹਦੇ ਵਿੱਚ ਸਿੱਧੀ ਤੇ ਸਾਫ਼ ਸੰਤੁਸ਼ਟ ਜਿਹੜੀ ਹੈ ਸਾਫ਼ ਸੁਥਰੀ ਜਿਹੜੀ ਹਦਾਇਤ ਹੈ ਕਿ ਕਿਸੇ ਵਿਅਕਤੀ ਨੂੰ ਵੀ ਸਰਕਾਰ ਨਾਲ ਲੋਚਾ ਨਹੀਂ ਕਰਨ ਦੇਣਾ, ਔਰ ਚਾਹੇ ਛੋਟਾ ਹੈ ਚਾਹੇ ਉਹ ਵੱਡਾ ਹੈ, ਕਿਸੇ ਪ੍ਰਕਾਰ ਦਾ ਕੋਈ ਨਜਾਇਜ਼ ਕੰਮ ਉਹ ਨਾ ਕਰੇ, ਔਰ ਬੰਦੀ ਕਾਰਵਾਈ ਚਾਹੇ ਛੋਟਾ ਹੈ ਚਾਹੇ ਵੱਡਾ ਉਹਦੇ ਤੇ ਹੋਣੀ ਚਾਹੀਦੀ ਹੈ। ਤੁਹਾਡੀ ਸਰਕਾਰ ਬਣੀ ਨੂੰ ਕਰੀਬ 4.5 ਪੌਣੇ 5 ਸਾਲ ਹੋ ਗਏ। ਉਦੋਂ ਤੋਂ ਦਾਅਵੇ ਬੜੇ ਕੀਤੇ ਜਾ ਰਹੇ ਸੀ ਕਿ ਨਿਆਜ ਬੱਸਾਂ ਚੱਲ ਰਹੀਆਂ, ਟਾਈਮ ਦੀ ਸਮੱਸਿਆ ਜੀ, ਟੈਕਸ ਨਹੀਂ ਭਰਿਆ ਜੀ, ਬਿਨਾਂ ਪਰਮਿਟ ਤੋਂ ਚੱਲ ਰਹੀਆਂ ਨੇ, ਤਾਂ ਫਿਰ 4.5 ਸਾਲ 'ਚ ਬੰਦ ਕਿਉਂ ਨਹੀਂ ਹੋਈਆਂ? ਹੁਣ ਅਚਾਨਕ ਤੁਹਾਡੇ ਆਉਣ ਤੋਂ ਬਾਅਦ ਕਿਵੇਂ ਮਹਿਕਮਾ ਹਰਕਤ 'ਚ ਆ ਜਾਂਦਾ? ਫਿਰ ਕਮੀ ਕਿੱਥੇ ਹੈ? ਵੇਖੋ ਜੀ, ਮੈਨੂੰ ਨਹੀਂ ਪਤਾ 4.5 ਸਾਲ ਦਾ ਕੁਝ ਬੰਦ ਹੋਈਆਂ ਕਿ ਨਹੀਂ ਬੰਦ ਹੋਈਆਂ। ਤੁਸੀਂ ਸਭ ਤੋਂ ਵੱਧ ਤੁਸੀਂ ਵੀ ਬੋਲਦੇ ਰਹੇ ਸੀ। ਲੇਕਿਨ ਪੰਜਾਬ ਦੇ ਲੋਕ ਇਹ ਕਹਿੰਦੇ ਹੈ, ਐਂਡ ਪਬਲਿਕ ਪਰਸੈਪਸ਼ਨ ਜਾਨੀ ਕਿ ਵਿਚਾਰਧਾਰਾ, ਜੇ ਕੋਈ ਗੱਲ ਹੁੰਦੀ ਹੈ ਤਦ ਹੀ ਬਣਦੀ ਹੈ। ਪੰਜਾਬ ਦੇ ਲੋਕ ਇਹ ਗੱਲ ਕਹਿੰਦੇ ਆ ਕਿ ਟਰਾਂਸਪੋਰਟ ਮਾਫੀਆ ਇੱਕ ਮਾਫੀਆ ਹੈ, ਜਿਵੇਂ ਡਰੱਗਸ ਮਾਫੀਆ, ਜਿਵੇਂ ਰੇਤ ਮਾਫੀਆ, ਜਿਵੇਂ ਕੇਬਲ ਮਾਫੀਆ, ਇਵੇਂ ਲੋਕ ਟਰਾਂਸਪੋਰਟ ਮਾਫੀਆ ਨੂੰ ਲੋਕਾਂ ਨੇ ਨਾਮ ਦਿੱਤਾ ਕਿ ਟਰਾਂਸਪੋਰਟ ਮਾਫੀਆ। ਇੱਥੇ ਲੋਕ ਜੋ ਦੱਸਦੇ ਆ, ਜਿੰਨਾ ਕਿ ਮੈਨੂੰ ਡਿਪਾਰਟਮੈਂਟ ਦੀ ਸਮਝ ਆਈ ਹੈ ਜਾਂ ਲੋਕਾਂ ਨੇ ਆ ਕੇ ਫੀਡਬੈਕਸ ਦਿੱਤੇ ਆ ਮੈਨੂੰ, ਉਹਨਾਂ ਰੋਜ਼ ਮੈਨੂੰ ਫੋਟੋ ਭੇਜਦੇ ਕਿ ਫਲਾਨੀ ਬੱਸ ਨਜਾਇਜ਼ ਚੱਲਦੀ ਹੈ, ਫਲਾਨੀ ਦੇ ਆ ਨੰਬਰ ਲੱਗਿਆ, ਫਲਾਨੀ ਡਬਲ ਗੇੜਾ ਲਾ ਰਹੀ ਹੈ। ਸੋ ਬਿਲਕੁਲ ਅਸੀਂ 40 ਬੱਸਾਂ ਅੰਮ੍ਰਿਤਸਰ ਔਰ ਵਿੱਚ ਫੜੀਆਂ, ਤਕਰੀਬਨ 35 ਤੋਂ 40 ਬੱਸਾਂ ਲੁਧਿਆਣਿਆਂ ਦੇ ਅੰਦਰ ਜਿਹੜੀਆਂ ਕਿ ਟੂਰਿਸਟ ਬੱਸਾਂ ਚੱਲਦੀਆਂ ਸਨ। ਹੁਣ ਅਸੀਂ ਜਿਹੜੀਆਂ ਅੱਜ ਫੜੀਆਂ, ਮੈਂ ਸਮਝਦਾ ਕਿ ਮੈਂ ਸ਼ਾਬਾਸ਼ ਦਿੰਦਾ ਹੈ ਉਹਨਾਂ ਸਾਡੇ ਆਰਟੀਏ ਸਾਹਿਬਾਨਾਂ ਨੂੰ, ਸਾਡੇ ਡਿਪਾਰਟਮੈਂਟ ਦੇ तमाम ਲੋਕਾਂ ਨੂੰ, ਜਿਨ੍ਹਾਂ ਨੇ ਹਿੰਮਤ ਤੇ ਹੌਸਲਾ ਕਰਕੇ ਉਹਨਾਂ ਨੇ ਉਹਨਾਂ ਤਨਾਟ ਲੋਕਾਂ ਤੇ ਨਕੇਲ ਪਾਈ ਹੈ। ਤਨਾਟ ਲੋਕਾਂ ਤੇ ਪਰ ਸਿੱਧੇ ਤੌਰ ਤੇ ਕਿਉਂਕਿ ਦੋ ਵੱਡੇ ਨਾਮ ਜਿਹੜੇ ਜ਼ਿਕਰ ਆ ਰਿਹਾ, ਦੋ ਨਹੀਂ ਤਿੰਨ ਹੀ ਵੱਡੇ ਨਾਮ ਨੇ ਜਿਨ੍ਹਾਂ ਦੀਆਂ ਬੱਸਾਂ ਨੇ, ਬਾਦਲ ਪਰਿਵਾਰ ਦੀਆਂ, ਔਰਬਿਟ ਔਰ ਰਾਜਧਾਨੀ। ਦੂਜੇ ਪਾਸੇ ਨਿਊਦੀਪ, ਹਰਦੀਪ ਸਿੰਘ ਡਿੰਪੀ ਢਿੱਲੋਂ ਤੁਹਾਡੇ ਖਿਲਾਫ ਚੋਣ ਵੀ ਲੜਦੇ ਆ, ਅਕਾਲੀ ਲੀਡਰ ਵੀ ਆ, ਤੁਹਾਡੇ ਖਿਲਾਫ ਬੋਲਦੇ ਵੀ ਬਹੁਤ ਨੇ। ਤੀਜਾ ਜੁਝਾਰ ਬੱਸ, ਉਹ ਵੀ ਉਹਨਾਂ ਦੇ ਕਰੀਬੀ ਦੀ ਆ। ਤਾਂ ਕਿਤੇ ਨਾ ਕਿਤੇ ਕੱਲ ਨੂੰ ਤੁਹਾਡੇ ਤੇ ਇਹ ਸਵਾਲ ਵੀ ਉੱਠ ਸਕਦੇ ਆ, ਕਿਉਂਕਿ ਤੁਸੀਂ ਲਗਾਤਾਰ ਬੋਲਦੇ ਰਹੇ ਹੋ ਬਾਦਲ ਪਰਿਵਾਰ ਦੀਆਂ ਬੱਸਾਂ ਤੇ, ਸਵਾਲ ਤੁਸੀਂ ਚੁੱਕਦੇ ਰਹੇ ਹੋ ਕਿ ਜੇ ਤੁਸੀਂ ਆਏ ਤੇ ਉਹ ਤੁਹਾਡੇ ਆਉਂਦੇ ਹੀ ਉਹਨਾਂ ਦੀਆਂ ਬੱਸਾਂ ਕਿਉਂ ਬੰਦ ਹੋਈਆਂ, ਪਹਿਲਾਂ ਨਹੀਂ ਹੋਈਆਂ? ਨਹੀਂ, ਮੇਰਾ ਖਿਆਲ ਉਹਨਾਂ ਦੀਆਂ ਨਹੀਂ, ਹੋਰ ਵੀ ਕੰਪਨੀਆਂ ਦੀਆਂ ਬੱਸਾਂ, ਉਹਨਾਂ ਦੀਆਂ ਵੀ ਮੇਰੇ ਕੋਲ ਇਨਫੋਰਮੇਸ਼ਨ ਆਈ ਹੈ। ਹੋਰ ਵੀ ਕੰਪਨੀਆਂ ਦੀਆਂ, ਅਲੱਗ-ਅਲੱਗ ਕੰਪਨੀਆਂ ਦੀਆਂ ਜਿਹੜੀਆਂ ਬੱਸਾਂ ਤੇ ਕਾਰਵਾਈ ਹੋਈ ਹੈ, ਲੇਕਿਨ ਕਿਸੇ ਦੀਆਂ ਛਾਂਟ ਕੇ ਤਾਂ ਨਹੀਂ ਬੰਦ ਕਰੀ ਜਾਂਦੇ ਹੋ? ਨਹੀਂ, ਤੁਸੀਂ ਅੰਮ੍ਰਿਤਸਰ ਦੇ ਵਿੱਚ ਵੇਖੋਗੇ ਜਾਂ ਹੋਰ ਕਿਤੇ ਦੇਖੋਗੇ, ਤੁਹਾਨੂੰ ਇਹ ਆਪਣੇ ਆਪ ਪਤਾ ਲੱਗ ਜਾਏਗਾ ਕਿ ਬਿਲਕੁਲ ਇਸ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ ਹੈ। ਬੰਦ ਦੀ ਕਾਰਵਾਈ ਜਿਹੜੇ ਨਜਾਇਜ਼ ਚੱਲਦੇ ਹੈ ਉਹਨਾਂ ਤੇ ਹੋਏਗੀ, ਔਰ ਜਨਤਾ, ਔਰ ਤੁਸੀਂ ਇਹ ਗੱਲ ਕਹੋਗੇ ਕਿ ਜਾਇਜ਼ ਕਾਰਵਾਈ ਕੀਤੀ ਹੈ, ਨਜਾਇਜ਼ ਕੋਈ ਕਾਰਵਾਈ ਨਹੀਂ ਹੈ। ਜੇ ਹੁਣ ਮੇਰੇ ਵਰਗੇ ਬੰਦੇ ਦੀ ਬੱਸ ਹੀ ਇੱਕ ਹੈ ਤੇ ਉਹ ਚੱਲਦੀ ਨਹੀਂ ਨਜਾਇਜ਼, ਤਾਂ ਫਿਰ ਉਹਦੇ ਤੇ ਕਾਰਵਾਈ ਕੀ ਕਰਨੀ ਹੈ? ਜਿਨ੍ਹਾਂ ਦੀਆਂ ਨਜਾਇਜ਼ ਚੱਲਦੀਆਂ, ਜੋ ਨਾਮੀ ਨਾਮ ਨੇ, ਜੋ ਲੋਕ ਇਹ ਗੱਲ ਕਹਿੰਦੇ ਨੇ, ਉਹਨਾਂ ਤੇ ਕਾਰਵਾਈ ਹੋ ਰਹੀ। ਤੁਸੀਂ ਸਾਡੇ ਇੰਟਰਵਿਊ 'ਚ ਹੁਣ ਤੋਂ ਜਿਸ ਦਿਨ ਤੁਸੀਂ ਚਾਰਜ ਲਿਆ ਉਸੇ ਦਿਨ ਆਪਣੀ ਗੱਲ ਹੋ ਰਹੀ ਸੀ। ਜੀ 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 ਹਾਂ, ਬਿਲਕੁਲ ਵਿਜੇ ਹੋਈ। ਕਿਉਂਕਿ ਥੋੜੇ ਦਿਨ ਪਹਿਲਾਂ ਜਦੋਂ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਸੀ, ਇੰਟਰਵਿਊ ਕਰ ਰਹੇ ਸੀ, ਤਾਂ ਉਸ ਦਿਨ ਤੁਸੀਂ ਕਿਹਾ ਸੀ ਕਿ ਬੱਸਾਂ ਕਿਸੇ ਦੀਆਂ ਹੋਣ, ਚਾਹੇ ਬਾਦਲ ਪਰਿਵਾਰ ਦੀਆਂ ਚਾਹੇ ਕਿਸੇ ਦੀਆਂ, ਜਿਹਦੇ ਵਿੱਚ ਕੋਈ ਨਜਾਇਜ਼ ਪਾਇਆ ਜਾਊ ਕਾਰਵਾਈ ਕਰਾਂਗੇ। ਉਹ ਨਜਾਇਜ਼ ਤੋਂ ਇੱਕ ਤਾਂ ਬਿਲਕੁਲ ਕਲੀਅਰ ਕਰ ਦਿਓ, ਕਿਹੜੀ ਕਮੀ ਜੇ ਪਾਈ ਗਈ ਤਾਂ ਤੁਸੀਂ ਉਹ ਬੰਦ ਕਰ ਦੇਣੀ ਹੈ। ਕਿਹਨੂੰ ਤੁਸੀਂ ਨਜਾਇਜ਼ ਮੰਨਦੇ ਹੋ? ਦੇਖੋ ਜੀ, ਮੈਂ ਇੱਕ ਤਾਂ ਟੈਕਸ ਦੀ ਕਮੀ, ਜਿਹੜੇ ਲੋਕ ਟੈਕਸ ਨਹੀਂ ਭਰਦੇ, ਸਰਕਾਰ ਦੀਆਂ ਸਹੂਲਤਾਂ ਜਿਨ੍ਹਾਂ ਨੇ ਅਪ ਟੂ ਡੇਟ ਅੱਜ ਕੋਈ ਟੈਕਸ, ਕਿਉਂਕਿ ਜਿਹੜੀ ਬੰਦ ਕਰੀ ਆ ਨੋਰਮਸ ਦੇ ਦੀ ਨਹੀਂ ਬੰਦ ਹੋ ਸਕਦੀ ਹੈ ਨਾ। ਵਿਦਆਊਟ ਨੋਰਮਸ ਦੇ ਤੁਸੀਂ ਕਿਸੇ ਦਾ ਚਲਾਨ ਕੱਟਦੇ ਹੋ, ਕੀ ਕਹਿ ਕੇ ਕੱਟੋਗੇ? ਕੋਈ ਨਾ ਕੋਈ ਤਾਂ ਉਹਦੇ 'ਚ ਕਮੀ ਪਾਈ ਗਈ ਹੋਊਗੀ, ਤਦ ਹੀ ਉਹਦਾ ਚਲਾਨ ਕੱਟਿਆ ਗਿਆ। ਸੋ ਨਜਾਇਜ਼ ਜਿਹੜੀਆਂ ਵੀ ਹਜ਼ਾਰਾਂ ਕਮੀਆਂ ਦੀ ਹੈ ਉਹਦੇ ਵਿੱਚ, ਟੈਕਸ ਦੀ ਵੀ ਹੈ, ਨਜਾਇਜ਼ ਰੂਟ ਦੀ ਵੀ ਹੈ, ਨਜਾਇਜ਼ ਉਹਦੀ ਟਾਈਮ ਦੀ ਵੀ ਹੈ। ਕਈ ਵਾਰੀ ਹੁੰਦਾ ਕਿ ਟਾਈਮ ਤੁਹਾਡਾ 12 ਵਜੇ ਦਾ ਹੈ, ਚਲਾ ਤੁਸੀਂ ਉਹਨੂੰ 11 ਵਜੇ ਰਹੇ ਹੋ। ਤੁਹਾਡਾ 11 ਵਜੇ ਦਾ ਟਾਈਮ ਹੈ, ਤੁਸੀਂ ਚਲਾ 4 ਵਜੇ ਰਹੇ ਹੋ, ਜਾਂ ਤੁਹਾਡੇ ਗੇੜੇ ਜਿਹੜੇ ਉਹ ਜ਼ਿਆਦਾ ਲਾ ਰਹੇ ਹੋ, ਤੁਹਾਨੂੰ ਆਥੋਰਾਈਜ਼ ਦੇ 4 ਹੀ ਚੱਕਰ ਮਨਜ਼ੂਰ ਹੈ, ਤੁਸੀਂ 8 ਲਾ ਰਹੇ ਹੋ। ਸੋ ਇੱਕ ਹੀ ਬੱਸ ਤੇ 2 ਨੰਬਰ ਕਈ ਵਾਰੀ ਲਾਏ ਹੋਏ ਹੈ, ਕਿਉਂਕਿ ਉਹਨਾਂ ਦੀ ਸ਼ਕਲ ਸੂਰਤ ਇੱਕੋ ਜਿਹੀ ਹੈ, ਰੰਗ ਇੱਕੋ ਜਿਹਾ ਹੈ, ਕੰਪਨੀ ਇੱਕੋ ਜਿਹੀ ਹੈ। ਕਈ ਵਾਰੀ ਅੰਦਾਜ਼ਾ ਨਹੀਂ ਲੱਗਦਾ, ਇਹ ਭੁਲੇਖੇ ਦੇ ਤੌਰ ਤੇ ਕਈ ਲੋਕ ਜਿਨ੍ਹਾਂ ਨੇ, ਮੈਂ ਸਮਝਦਾ ਕਿ ਪੱਕਾ ਹੀ ਇਹ ਬਾਮਣ ਬਣਾ ਲਿਆ ਵੀ ਅਸੀਂ ਟੈਕਸ ਭਰਾਂਗੇ ਨਹੀਂ। ਮੈਨੂੰ ਹੁਣੇ ਮੇਰੇ ਜਾਣਕਾਰੀ ਦਿੱਤੀ ਹੈ ਕਿ ਨਾ ਕੇਵਲ ਉਹਨਾਂ ਦੀਆਂ ਬੱਸਾਂ, ਹੋਰ ਵੀ ਜਿਹੜੀਆਂ ਬੱਸਾਂ ਲਿਬੜਾ ਹੈ, ਇੱਕ ਦੀ ਹੋਰ ਹਰਗੋਬਿੰਦ ਹੈ, ਉਹ ਵੀ ਫੜੀਆਂ ਗਈਆਂ। ਨਾ ਕੇਵਲ ਉਹਨਾਂ ਦੀਆਂ ਫੜੀਆਂ ਗਈਆਂ, ਆਮ ਲੋਕਾਂ ਦੀਆਂ ਵੀ, ਜਿਹੜੇ ਲੋਕ ਉਲੰਘਣਾ ਕਰ ਰਹੇ ਹੋ। ਜਿਹੜਾ ਵੀ ਉਲੰਘਣਾ ਕਰੂਗਾ ਤੁਸੀਂ ਕਹਿੰਦੇ ਬਖਸ਼ੋਗੇ ਨਹੀਂ। ਇੱਕ ਚੀਜ਼ ਹੋਰ ਵੜਿੰਗ ਸਾਹਿਬ ਸਮਝਣੀ ਚਾਹੋਗੇ, ਤੁਸੀਂ ਕਿਹਾ ਕਿ ਸ਼ਾਬਾਸ਼ੀ ਦੇਣਾ ਜਿਨ੍ਹਾਂ ਨੇ ਐਡਾ ਵੱਡਾ ਕੰਮ ਕੀਤਾ ਅਫਸਰਾਂ ਨੇ, ਤੇ ਉਹਨਾਂ ਨੂੰ ਸ਼ਾਬਾਸ਼ੀ ਵੀ ਦਿੱਤੀ ਜਾਊਗੀ ਜਿਨ੍ਹਾਂ ਨੇ 4.5 ਸਾਲ ਇਹ ਕੰਮ ਕੀਤਾ ਕਿ ਬੱਸਾਂ ਚੱਲਦੀਆਂ ਰਹੀਆਂ, ਉਹਨਾਂ ਨੂੰ ਸ਼ਾਬਾਸ਼ੀ ਕਦੋਂ ਦੇਣੀ ਹੈ? ਸੋ ਬਿਲਕੁਲ ਉਹਨਾਂ ਤੇ, ਜੇ ਉਹਨਾਂ ਨੇ ਕੋਈ ਤੇ ਨਾ ਕਿਤੇ ਨਲਾਇਕੀ ਕੀਤੀ ਹੈ,
ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ। ਜਿਸ ਕਿਸੇ ਵਿਅਕਤੀ ਨੇ ਚਾਹੀਦੀ ਤਾਂ ਹੈ, ਪਰ ਹੁਣ ਤੁਸੀਂ ਕਰਾਉਣੀ ਹੈ। ਜਿਸ ਕਿਸੇ ਵਿਅਕਤੀ ਨੇ ਵੀ ਕੋਈ ਕੁਤਾਹੀ ਕੀਤੀ ਹੈ ਉਹਦੇ ਵਾਸਤੇ ਨਪਿੰਦਰ ਟਰਾਂਸਪੋਰਟ ਵੀ ਕਿਹਨੇ ਕੁਤਾਹੀ ਕੀਤੀ, ਉਹ ਅਗਲਾ ਇਹ ਵੀ ਕਹਿ ਸਕਦਾ ਹੈ ਕਿ ਮੈਂ ਉਸ ਵੇਲੇ ਮੇਰੀ ਬੱਸ ਚੱਲਦੀ ਨਹੀਂ ਸੀ, ਕਿਉਂਕਿ ਮੇਰੇ ਕੋਲੇ ਉਹਦੇ ਪੁਖਤਾ ਸਬੂਤ ਹੋਣੇ ਚਾਹੀਦੇ ਜਿਹਦੇ ਤੇ ਮੈਂ ਕਾਰਵਾਈ ਕਰਦੇ। ਅੱਜ ਮੈਂ ਇਸ ਸਮੇਂ ਮੈਂ ਮਿਨਿਸਟਰ ਹਾਂ ਔਰ ਮੈਂ ਕੱਲ ਨੂੰ ਇਨਕੁਆਇਰੀ ਕਰਾ ਸਕਦਾ ਕਿ ਫਲਾਂ ਆਰਟੀਏ ਦੇ ਥੱਲੇ ਕਿੰਨੀਆਂ ਬੱਸਾਂ ਚੱਲਦੀਆਂ ਨਜਾਇਜ਼ ਤੇ ਜਾਇਜ਼, ਉਹਦੀ ਪੜਤਾਲ ਕਰਾ ਸਕਦਾ, ਪੜਚੋਲ ਕਰਾ ਸਕਦਾ। ਲੇਕਿਨ ਕੁਝ ਲੋਕ ਜਿਹੜੇ ਉਹਨਾਂ ਅਹੁਦਿਆਂ ਤੇ ਨਹੀਂ ਰਹੇ, ਚਲੇ ਗਏ ਆਸੇ-ਪਾਸੇ, ਉਹ ਮੈਂ ਉਸ ਸਮੇਂ ਨਾਲ ਉਹਨੂੰ ਮਿਲਾਪ ਨਹੀਂ ਕਰ ਸਕਦਾ। ਲੇਕਿਨ ਫਿਰ ਵੀ ਜਿਹੜੇ ਲੋਕ ਮੇਰੇ ਡਿਪਾਰਟਮੈਂਟ ਦੇ ਅੰਦਰ ਹੈ, ਜਿਹੜੇ ਕਾਲਾ ਬਾਜ਼ਾਰੀ ਦੇ ਵਿੱਚ ਮੈਂ ਸਮਝਦਾ ਹਾਂ ਕਿ ਜੁੜੇ ਹੋਏ ਹੈ, ਉਹਨਾਂ ਤੇ ਬਣਦੀ ਕਾਰਵਾਈ ਜ਼ਰੂਰ ਹੋਏਗੀ। ਵੜਿੰਗ ਸਾਹਿਬ, ਇੱਕ ਚੀਜ਼ ਹੋਰ ਕਲੀਅਰ ਕਰਿਓ, ਬਿਨਾਂ ਟੈਕਸ ਤੋਂ ਬੱਸਾਂ ਫੜੀਆਂ ਗਈਆਂ, ਜੇ ਮੰਨ ਲਓ ਟੈਕਸ ਭਰ ਦਿੰਦੇ ਤੜਕੇ ਨੂੰ ਤਾਂ ਫਿਰ ਉਹ ਬੱਸਾਂ ਫਿਰ ਤੋਂ ਚੱਲਣਗੀਆਂ। ਜੇ ਉਹ ਟੈਕਸ ਭਰ ਕੇ ਆਪਦੇ ਕਾਨੂੰਨੀ ਪ੍ਰਕਿਰਿਆ ਨੂੰ ਪੂਰਾ ਕਰ ਲੈਂਦੇ ਨੇ ਤਾਂ ਫਿਰ ਚਾਹੇ ਕਿਸੇ ਦੀਆਂ ਹੋਣ, ਬਾਦਲ ਪਰਿਵਾਰ ਦੀਆਂ ਹੋਣ, ਕਿਸੇ ਦੀਆਂ ਹੋਣ। ਤੁਸੀਂ ਬੱਸਾਂ ਕੋਈ ਸਾਰੀਆਂ ਥੋੜੀ, ਇੱਥੇ ਤਾਂ 700 ਬੱਸ ਹੈ ਉਹਨਾਂ ਦੀ, ਫੜੀਆਂ ਤਾਂ 2 ਹੈ ਜਾਂ 4 ਹੈ ਜਾਂ 3 ਹੈ। ਬਿਲਕੁਲ ਕਿਸੇ ਦੀ ਬੱਸ ਹੈ। ਮੈਨੂੰ ਪਤਾ ਲੱਗਿਆ ਕਿ ਉਹਨਾਂ ਨੇ ਕੱਲ ਰਾਜਧਾਨੀ ਨੇ ਹੁਸ਼ਿਆਰਪੁਰ ਦੇ ਵਿੱਚ 50 ਲੱਖ ਦਾ ਟੈਕਸ ਜਮ੍ਹਾਂ ਕਰਾਇਆ। ਬਾਦਲਾਂ ਦੀ ਬੱਸ ਨੇ 50 ਲੱਖ ਦਾ ਟੈਕਸ ਜਮ੍ਹਾਂ ਕਰਾਇਆ। ਇਹ ਵੀ ਮੈਨੂੰ ਪਤਾ ਲੱਗਿਆ ਕਿ 22 ਲੱਖ ਰੁਪਇਆ ਉਹਨਾਂ ਨੇ ਜਮ੍ਹਾਂ ਲੁਧਿਆਣੇ ਕਰਾ ਦਿੱਤਾ ਗਿਆ ਹੈ, ਜਮ੍ਹਾਂ ਕਰਾ ਦਿੱਤਾ ਗਿਆ, ਕਾਰਵਾਈ ਸ਼ੁਰੂ ਹੁੰਦੇ ਆ, ਉਹਨਾਂ ਨੇ ਕਰਾ ਦਿੱਤਾ ਗਿਆ। ਤੁਸੀਂ ਇਹ ਆਰਟੀਐਸ ਤੋਂ ਇਨਫੋਰਮੇਸ਼ਨ ਲੈ ਸਕਦੇ ਹੋ। ਕੁਝ ਬੱਸ ਆਪਰੇਟਰ ਜਿਵੇਂ ਰਾਜਧਾਨੀ ਨੇ ਕਿਹਾ 55 ਲੱਖ ਭਰਤਾ, ਜਿਹੜਾ ਹੋਰ ਬਕਾਇਆ ਖੜਾ 20-22 ਲੱਖ ਰੁਪਏ, ਉਹ ਕਹਿੰਦੇ ਸਵੇਰੇ ਪਰਸੋਂ ਹੋਰ ਭਰ ਦਿਆਂਗੇ। ਸੋ ਮੈਂ ਇਸ ਸਮੇਂ ਤੁਸੀਂ ਉਹਦੀਆਂ ਰਿਸਿਪਟ ਕਢਾ ਲਓ, ਹੁਣ ਕਿਉਂ ਪੈਸਾ ਭਰ ਦਿਓਗੇ? ਸੋ ਇਹ ਮੈਂ ਉਹਨਾਂ ਦੀ ਗੱਲ ਨਹੀਂ ਕਰਦਾ, ਜਿਨ੍ਹਾਂ ਦੀਆਂ ਵੀ ਹੋਰ ਬੱਸਾਂ ਹੈ ਜਿਹੜਾ ਟੈਕਸ ਭਰਨ ਵਾਲਾ ਉਹ ਭਰਨਾ ਪਏਗਾ। ਤਾਂ ਜਿਨ੍ਹਾਂ ਦਾ ਵੀ ਟੈਕਸ ਭਰਨ ਵਾਲਾ ਜਾਂ ਕੋਈ ਕਮੀਆਂ ਨੇ ਵਿਜੇ ਤਾਂ ਕਹਿੰਦੇ ਉਹ ਕਮੀਆਂ ਦੂਰ ਕਰਨੀਆਂ ਪੈਣੀਆਂ। ਗੈਰ ਕਾਨੂੰਨੀ ਤਰੀਕੇ ਨਾਲ ਜੇ ਬੱਸਾਂ ਚੱਲ ਰਹੀਆਂ ਨੇ ਤਾਂ ਉਹ ਨਹੀਂ ਚੱਲਣਗੀਆਂ, ਐਸਾ ਦਾਅਵਾ ਕਰਦੇ ਨੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ। ਔਰ ਸਿੱਧੇ ਤੌਰ ਤੇ ਜਦੋਂ ਪਹਿਲਾਂ ਵੀ ਚਰਚਾਵਾਂ ਚੱਲੀਆਂ ਸੀ, ਬਾਦਲ ਪਰਿਵਾਰ ਤੇ ਵੱਡੇ ਇਲਜ਼ਾਮ ਲੱਗਦੇ ਸੀ, ਟਰਾਂਸਪੋਰਟ ਨੂੰ ਲੈ ਕੇ ਲੱਗਦੇ ਸੀ, ਤਾਂ ਉਦੋਂ ਵੀ ਅਮਰਿੰਦਰ ਸਿੰਘ ਰਾਜਾ ਵੜਿੰਗ ਸਰੇਆਮ ਸਭ ਤੋਂ ਪਹਿਲਾਂ ਬੋਲਦੇ ਸੀ ਔਰ ਧੁਰ ਵਿਰੋਧੀ ਮੰਨੇ ਜਾਂਦੇ ਨੇ। ਉਹਨਾਂ ਦੇ ਗਿੱਦੜਬਾਹ ਦੇ ਵਿੱਚ ਜਿਹੜਾ ਇਹਨਾਂ ਦੇ ਵਿਰੋਧੀ ਉਮੀਦਵਾਰ ਕਹਿ ਸਕਦੇ ਆ ਹਰਦੀਪ ਸਿੰਘ ਡਿੰਪੀ ਢਿੱਲੋਂ, ਉਹਨਾਂ ਦੀਆਂ ਆਪਦੀਆਂ ਬੱਸਾਂ ਨੇ, ਉਹਨਾਂ ਦੀ ਟਰਾਂਸਪੋਰਟ ਕੰਪਨੀ ਹੈ, ਤਾਂ ਉਹਨਾਂ ਦੇ ਨਾਲ ਵੀ ਸਿੱਧੇ ਤੌਰ ਤੇ 36 ਦਾ ਅੰਕੜਾ। ਤੇ ਅਜਿਹੇ ਦੇ ਵਿੱਚ ਜਿਸ ਦਿਨ ਤੋਂ ਮੰਤਰੀ ਬਣੇ ਸੀ ਉਸੇ ਦਿਨ ਤੋਂ ਸੰਕੇਤ ਇਸ ਤਰ੍ਹਾਂ ਦੇ ਆਉਣ ਲੱਗ ਗਏ ਸੀ ਕਿ ਕਾਰਵਾਈ ਹੋਏਗੀ, ਚਾਹੇ ਉਹ ਜਿਸ ਤਰ੍ਹਾਂ ਹਾਲੇ ਕਹੇ ਗਏ ਨੇ।